ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵਾਨ। ਕਿਸਾਨਾਂ ਲਈ ਹਾਲਾਤ ਸ਼ਾਇਦ ਬਦਲ ਨਹੀਂ ਸਕਦੇ, ਜਾਂ ਫਿਰ ਕਹੀਏ ਕਿ ਅਗਰ ਕੋਈ ਮੋਰਚਾ ਵੀ ਖੁੱਲਦਾ ਉਸ ਦੇ ਵਿਚਕਾਰ ਵੀ ਦੋ ਫਾੜ ਹੋ ਜਾਂਦੇ ਨੇ, ਲੇਕਿਨ ਕਿਸਾਨਾਂ ਦੀ ਮੁਸ਼ਕਿਲਾਂ ਹੱਲ ਨਹੀਂ ਹੁੰਦੀਆਂ ਨੇ। ਹੁਣ ਕਿਸਾਨ ਮੋਰਚੇ ਦੀ ਅਗਰ ਗੱਲ ਕਰੀਏ, ਐਸਕੇਐਮ ਇੱਕ ਨਾਨ ਪੋਲੀਟੀਕਲ ਹੈ, ਇੱਕ ਪੋਲੀਟੀਕਲ ਹੈ। ਡੱਲੇਵਾਲ ਸਾਹਿਬ, ਕਿਵੇਂ ਲੱਗਦਾ ਕਿ ਭਵਿੱਖ ਦੇ ਵਿਚਕਾਰ, ਕਿਉਂਕਿ ਆਪਾਂ ਹਮੇਸ਼ਾ ਸੁਣਦੇ ਆਏ ਸੀ, ਦੇਖਦੇ ਆਏ ਸੀ ਕਿਸਾਨ ਆਤਮ ਹੱਤਿਆ ਕਰੇ, ਉਹਨਾਂ ਦੇ ਬਹੁਤ ਸਾਰੇ ਪ੍ਰੋਬਲਮਸ ਨੇ, ਉਹ ਪ੍ਰੋਬਲਮਸ ਕਿਵੇਂ ਦੂਰ ਹੋਣਗੀਆਂ ਅਗਰ ਐਸਕੇਐਮ ਹੀ ਦੋ ਫਾੜ ਹੋ ਜਾਵੇ? देखो, सब तो पहली तो गल है कि एसकेएम दो फाड़ नहीं हुंदा। हौली हौली तुसीं देखोगे लोकां ने गलत नूं गलत ते ठीक नूं ठीक अपने आप मान लेना है। हुण जदों असीं एसकेएम बनाया है, साडा एसकेएम बनदा है 7 नवंबर 2020 नूं। उत्थे एक चर्चा हो के बनदा है कि बिल्कुल चोणां 'च भाग नहीं लवांगे, कोई लीडर साडे स्टेज ते नहीं आऊगा तो असीं किसी दी स्टेज ते नहीं जावांगे। ये एक सधारण नॉर्म तय हुंदा है। इहदा नाम एसकेएम होएगा, संयुक्त किसान मोर्चा होएगा। ये गल आउंदी है उत्थे। हुण जदों ये गल बनी, गैर राजनीतिक रहण नाल पूरे देश ने इहनूं सपोर्ट कीता है। ਹੁਣ ਜਦੋਂ ਇਹਨੂੰ ਵਿੱਚ ਦੀ ਆ ਕੇ ਜਦੋਂ ਇਹ ਗੱਲ ਬਣ ਗਈ, ਸਾਨੂੰ ਵਾਹਵਾ ਮਿਲ ਗਈ, ਸਾਨੂੰ ਲੋਕਾਂ ਨੇ ਮਾਣ ਸਤਿਕਾਰ, ਸਾਡੇ ਉੱਤੇ ਲੋਕਾਂ ਨੇ ਮਤਲਬ ਫੁੱਲ ਬਰਸਾਤੇ, ਸਾਡੇ ਗਲਾਂ 'ਚ ਹਾਰ ਪਾਤੇ, ਥਾਂ ਥਾਂ 'ਤੇ ਸਨਮਾਨਿਤ ਕਰਤਾ। ਉਹਦੇ 'ਚੋਂ ਸਾਨੂੰ ਐਂ ਲੱਗ ਗਿਆ ਵੀ ਸ਼ਾਇਦ ਅਸੀਂ ਸਰਕਾਰ ਬਣਾ ਲਾਂਗੇ। ਇਹ ਗਲਤ ਭੁਲੇਖਾ ਸਾਡੇ ਦਿਮਾਗ 'ਚ ਆ ਗਿਆ। ਉਹਦੇ 'ਚੋਂ ਕੁਝ ਲੋਕਾਂ ਨੇ ਮੋਰਚੇ ਨੂੰ ਰਾਜਨੀਤਿਕ ਬਣਾਉਣ ਵੱਲ ਨੂੰ ਝੁਕਾ ਕਰ ਲਿਆ। ਹੁਣ ਜਦੋਂ ਲੋਕ ਤਾਂ ਗੈਰ ਰਾਜਨੀਤਿਕ ਨਾਲ ਖੜੇ ਆ ਨਾ, ਕਿ ਗੈਰ ਰਾਜਨੀਤਿਕ ਸੀ ਤਾਂ ਖੜੇ ਆ। ਲੇਕਿਨ ਜਦ ਸੰਯੁਕਤ ਕਿਸਾਨ ਮੋਰਚਾ ਬਣਿਆ ਉਸ ਵੇਲੇ ਇਹ ਸੀ ਕਿ ਆਪਾਂ ਸਿਆਸਤ ਦੇ ਵਿਚਕਾਰ ਨਹੀਂ ਜਾਣਾ। ਫਿਰ ਅਜਿਹਾ 1 ਸਾਲ ਦੇ ਵਿਚਕਾਰ ਕੀ ਹੋ ਗਿਆ ਕਿ ਲੋਕਾਂ ਨੇ ਕਿਹਾ, ਕਿਸਾਨੀ ਆਗੂ ਨੇ ਕਿਹਾ ਕਿ ਅਸੀਂ ਸਿਆਸਤ ਦੇ ਵਿਚਕਾਰ ਜਾਣਾ ਹੈ, ਅਸੀਂ ਕਿਸਮਤ ਆਜ਼ਮਾਣੀ ਹੈ। ਮੈਂ ਬੇਨਤੀ ਕਰਦਾ ਹਾਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਇਸ ਮੋਰਚੇ ਦੇ ਚੱਲਦਿਆਂ ਲੋਕਾਂ ਨੂੰ ਮਾਣ ਸਨਮਾਨ ਸਤਿਕਾਰ, ਲੀਡਰਾਂ ਨੂੰ ਪਿਆਰ ਲੋਕਾਂ ਨੇ ਇੰਨਾ ਦਿੱਤਾ, ਹਜੂਮ ਸਾਡੇ ਮਗਰ ਇਕੱਠਾ ਹੋ ਕੇ ਤੁਰਨ ਲੱਗ ਗਿਆ। ਸਾਨੂੰ ਐਂ ਲੱਗਿਆ ਕਿ ਵੀ ਅਸੀਂ ਤਾਂ ਹੁਣ ਸਰਕਾਰ ਬਣਾਉਣ ਦੇ ਕਾਬਲ ਹਾਂ। ਮਤਲਬ ਰਾਜੇਵਾਲ ਸਾਹਿਬ ਜੋ ਸੁਪਨਾ ਦੇਖ ਰਹੇ ਸੀ ਸਿਆਸਤ ਦੇ ਵਿਚਕਾਰ ਆਉਣ ਦਾ, ਉਹ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਲੱਗ ਰਿਹਾ ਸੀ ਉਹ ਮੁੱਖ ਮੰਤਰੀ ਬਣ ਸਕਦੇ ਕੋਈ ਸਰਕਾਰ ਬਣਾ ਸਕਦੇ ਨੇ। ਸਗੋਂ ਸਾਨੂੰ ਕਹਿੰਦੇ ਰਹੇ ਨੇ ਤਾਂ ਗੱਲਾਂ ਵੀ ਤੁਸੀਂ ਪਛਤਾਓਗੇ। ਅਸੀਂ ਕਿਹਾ ਯਾਰ ਮੈਨੂੰ ਇਹ ਲੱਗਦਾ ਵੀ ਆਪਾਂ ਸਾਰੇ ਪਛਤਾਵਾਂਗੇ ਜਿਹੜਾ ਤੁਸੀਂ ਕੰਮ ਕਰੀ ਜਾਂਦੇ ਹੋ। ਮੋਰਚਾ ਖਿਲਾਰ ਰਹੇ ਹੋ, ਮੋਰਚਾ ਟੁੱਟ ਰਿਹਾ, ਮੋਰਚਾ ਖਰਾਬ ਹੋ ਜਾਏਗਾ। ਅਸੀਂ ਉਦੋਂ ਵੀ ਬਹੁਤ ਦੁਹਾਈ ਪਿੱਟੀ ਹੈ। 2 ਮੀਟਿੰਗਾਂ ਹੋਈਆਂ, ਦੋਨਾਂ ਮੀਟਿੰਗਾਂ ਦੇ ਵਿੱਚ ਅਸੀਂ ਇਹਦਾ ਵਿਰੋਧ ਕੀਤਾ ਹੈ ਕਿ ਸਾਨੂੰ ਇਹ ਗਲਤੀ ਨਹੀਂ ਕਰਨੀ ਚਾਹੀਦੀ। ਹਜੇ ਸਾਡੀ ਲੜਾਈ ਬਾਕੀ ਆ, ਹਜੇ ਅਸੀਂ MSP ਲੈਣੀ ਹੈ, ਹਜੇ ਅਸੀਂ ਲਖੀਮਪੁਰ ਦੇ ਲੋਕਾਂ ਨੂੰ ਮਤਲਬ ਇਨਸਾਫ ਦਿਵਾਉਣਾ ਹੈ, ਹਜੇ ਲੋਕਾਂ ਦੇ ਜਿਹੜੇ ਪਰਚੇ ਨੇ ਉਹਨਾਂ ਦਾ ਹੱਲ ਕਰਾਉਣਾ ਹੈ। ਅਸੀਂ ਚੋਣਾਂ ਵਾਲੇ ਪਾਸੇ ਕਿੱਧਰ ਤੁਰ ਪਏ ਹਾਂ। ਇਹ ਤੋਂ ਰੁਕੋ, ਇੱਕ ਪਾਸੇ ਨੂੰ ਨਾ ਤੁਰੋ। ਲੇਕਿਨ ਇਹਨਾਂ ਨੂੰ ਉਹ ਇੱਕੋ ਹੀ ਗੱਲ ਦੱਸਦੀ ਸੀਗੀ ਵੀ ਸਾਡੇ ਨਾਲ ਹਜੂਮ ਹੈ, ਅਸੀਂ ਸਰਕਾਰ ਬਣਾ ਜਾਵਾਂਗੇ। ਤਾਂ ਉੱਧਰ ਨੂੰ ਜਾ ਕੇ ਉਹਨਾਂ ਨੇ ਉਹ ਕੰਮ ਕਰ ਲਿਆ। ਜਿਹੜੇ ਹੁਣ ਮੇਰਾ ਗੱਲ ਸਵਾਲ ਤੁਹਾਡਾ ਇਹ ਸੀਗਾ ਕਿ ਐਸਕੇਐਮ ਟੁੱਟ ਗਿਆ। ਮੈਂ ਤੁਹਾਨੂੰ ਜਵਾਬ ਦਿੱਤਾ ਵੀ ਐਸਕੇਐਮ ਟੁੱਟੇਗਾ ਨਹੀਂ, ਕਿਉਂਕਿ ਲੋਕਾਂ ਨੇ ਥੋੜ੍ਹੇ ਸਮੇਂ ਦੇ ਵਿੱਚ ਸਭ ਪਛਾਣ ਕਰ ਲੈਣੀ ਹੈ। ਜਿਹੜਾ ਮੁੱਢਲਾ ਸਿਧਾਂਤ ਸੀ ਉਹ ਸੀ ਗੈਰ ਰਾਜਨੀਤਿਕ। ਅਗਰ ਕੋਈ ਗੈਰ ਰਾਜਨੀਤਿਕ ਰੱਖ ਕੇ ਉਸੇ ਸੰਵਿਧਾਨ ਨੂੰ ਦੀ ਪਾਲਣਾ ਕਰਕੇ ਚੱਲੂਗਾ ਤਾਂ ਲੋਕ ਸੁਭਾਵਿਕ ਹੈ ਉਹਦਾ ਸਾਥ ਦੇਣਗੇ। ਲੇਕਿਨ ਇੱਥੇ ਕੌਣ ਦਗਾ ਦੇ ਗਿਆ, ਧੋਖਾ ਕੌਣ ਦੇ ਗਿਆ? ਉਹ ਕੌਣ ਲੋਕ ਸੀ ਜਿਨ੍ਹਾਂ ਨੇ ਐਸਕੇਐਮ ਨੂੰ ਧੋਖਾ ਦੇ ਦਿੱਤਾ? ਦੇਖੋ, ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਦੀਆਂ 25 ਕਿਸਾਨ ਜਥੇਬੰਦੀਆਂ, ਪਹਿਲਾਂ ਤਾਂ 25 ਤੋਂ ਵੀ ਪਹਿਲਾਂ ਸਾਡੇ ਹਰਿਆਣੇ ਦੇ ਬੜੇ ਸਿਆਣੇ ਲੀਡਰ ਨੇ, ਬੜੇ ਅਨੁਭਵੀ ਤਜਰਬੇਕਾਰ ਨੇ। ਚੰਦੂਨੀ ਸਾਹਿਬ ਪਹਿਲਾਂ ਤਾਂ ਉਹਨਾਂ ਨੇ ਮਿਸ਼ਨ ਪੰਜਾਬ ਚਲਾਤਾ, ਉਹ ਇੱਕ ਪ੍ਰੋਬਲਮ ਕ੍ਰੀਏਟ ਕਰਤੀ। ਉਹਦੇ ਖਿਲਾਫ ਅਸੀਂ ਕਹਿੰਦੇ ਰਹੇ ਵੀ ਤੇਰੇ ਖਿਲਾਫ ਕਾਰਵਾਈ ਕਰਾਂਗੇ, ਜੇ ਤੂੰ ਇਹ ਕਰੇਗਾ ਤਾਂ ਤੇਰੇ ਖਿਲਾਫ ਕਾਰਵਾਈ ਕੀਤੀ ਵੀ। ਫਿਰ ਉਸ ਤੋਂ ਬਾਅਦ ਸਾਡਿਆਂ ਨੇ ਆ ਕੇ ਉਹ ਕੰਮ ਕਰਤਾ। 25 ਜਥੇਬੰਦੀਆਂ ਨੇ ਸਾਥੋਂ 20 ਕੇ SSM ਬਣਾ ਲਿਆ। ਔਰ ਜਿਹੜੀਆਂ ਉਹ 25 ਨੇ SSM ਬਣਾਇਆ, ਮੈਂ ਕਹੂੰਗਾ ਕਿ ਇੱਕ ਤਰੀਕੇ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਮੇਨ ਭਾਵਨਾਵਾਂ ਸੀ ਉਹਨਾਂ ਦੀ ਪਰਵਾਹ ਨਾ ਕੀਤੇ ਤੋਂ ਕੀ ਕਰਦਿਆਂ ਉਹਨਾਂ ਨੇ SSM ਬਣਾ ਲਿਆ ਔਰ ਉਧਰ ਨੂੰ ਤੁਰ ਗਏ। ਔਰ ਵਿੱਚ ਦੀ ਗੱਲਾਂ ਚੱਲਣ ਲੱਗ ਪਈਆਂ ਕਿ ਮੋਰਚਾ ਸਮਾਪਤ ਛੇਤੀ ਕਿਵੇਂ ਕੀਤਾ ਜਾਏ। ਉਹਦੇ ਲਈ
ਸਰਕਾਰ ਸਾਨੂੰ ਕਿੰਨਾ ਕੁ ਚਿਰ ਬਿਠਾ ਰੱਖਦੀ, ਹੋਰ 6 ਮਹੀਨੇ ਬਿਠਾ ਰੱਖਦੀ। ਅਖੀਰ ਸਰਕਾਰ ਨੂੰ ਇਹਦਾ ਰਿਜ਼ਲਟ ਕੱਢਣਾ ਪੈਣਾ ਸੀ। ਅੱਗੇ ਮਤਲਬ ਯੂਪੀ ਦੀਆਂ ਤੇ ਉੱਤਰਾਖੰਡ ਦੀਆਂ ਚੋਣਾਂ ਆ ਗਈਆਂ ਸੀ, ਉਦੋਂ ਪਹਿਲਾਂ ਸਰਕਾਰ ਦੀ ਮਜਬੂਰੀ ਬਣਨੀ ਸੀ ਸਾਡੇ ਮਸਲੇ ਦਾ ਹੱਲ ਕਰਨਾ। ਔਰ ਅਸੀਂ ਸਰਕਾਰ ਨੂੰ ਮਤਲਬ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਕਿ ਇੱਕ ਨੂੰ ਰੱਦ ਕਰ ਦਿਓ, ਇੱਕ ਨੂੰ ਸਟੇਟ ਤੇ ਛੱਡ ਦਿਓ, ਇੱਕ ਤੇ ਕਮੇਟੀ ਬਣਾ ਦਿਓ। ਤੋ ਇਹ ਸਾਰੀਆਂ ਜਿਹੜੀਆਂ ਗੱਲਾਂ ਹੋਈਆਂ ਇਹ ਮਤਲਬ ਚੰਗੀਆਂ ਨਹੀਂ ਹੋਈਆਂ, ਲੋਕਾਂ ਦੀ ਭਾਵਨਾਵਾਂ ਦੇ ਖਿਲਾਫ ਹੋਈਆਂ। ਲੱਗਦਾ ਕਿ ਐਸਕੇਐਮ ਦੀ ਜੋ ਵੀ ਅੰਦਰੂਨੀ ਲੜਾਈ ਸੀ ਇਸ ਵਿਚਕਾਰ ਕੇਂਦਰ ਸਰਕਾਰ ਤਾਂ ਆਪਣਾ ਨੱਪਾ ਸਿੱਧਾ ਕਰਕੇ ਚੱਲ ਗਈ। ਇਹ ਕੁਦਰਤੀ ਗੱਲ ਹੈ ਕਿ ਦੁਸ਼ਮਣ ਨੂੰ ਜਦੋਂ ਵਿਰੋਧੀ ਦੇ ਪਰਿਵਾਰ 'ਚ ਫੁੱਟ ਪੈਂਦੀ ਹੈ ਤਾਂ ਦੁਸ਼ਮਣ ਉਹਦੇ ਤੇ ਖੁਸ਼ ਹੁੰਦਾ ਹੈ, ਉਹਨੂੰ ਉਹਦਾ ਲਾਭ ਮਿਲਦਾ ਹੀ ਮਿਲਦਾ ਹੈ। ਪਰ ਉਹਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਗੈਰ ਰਾਜਨੀਤਿਕ ਰੱਖ ਕੇ ਚੱਲਣ ਵਾਲੇ ਲੋਕ ਬਹੁਤ ਨੇ। ਅਸੀਂ ਇੱਕ ਹੋਕਾ ਦਿੱਤਾ ਹੈ, ਇੱਕ ਹੋਕੇ ਦੇ ਉੱਤੇ 70 ਜਥੇਬੰਦੀਆਂ ਦੀ ਦਿੱਲੀ ਦੇ ਵਿੱਚ ਮੀਟਿੰਗ ਹੁੰਦੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਹੋਰ ਮੀਟਿੰਗ ਹੋਏਗੀ। ਉਹਦੇ ਤੁਸੀਂ ਦੇਖੋਗੇ 70 ਦੀ ਬਜਾਏ 75 ਜਾਂ 80 ਜਥੇਬੰਦੀਆਂ ਹੋਣਗੀਆਂ, 17 ਦੀ ਬਜਾਏ 65 ਨਹੀਂ ਹੋਣਗੀਆਂ। ਇਹ ਤੁਸੀਂ ਨੋਟ ਕਰ ਲਿਓ। ਆਉਣ ਵਾਲੇ ਦਿਨਾਂ ਵਿੱਚ ਕੀ ਰਹੇਗੀ ਰਣਨੀਤੀ, ਕਿਉਂਕਿ ਸਰਕਾਰ ਵੀ ਸੱਦਾ ਦਿੰਦੀ ਹੈ, ਪੰਜਾਬ ਸਰਕਾਰ ਸੱਦਾ ਦਿੰਦੀ ਹੈ, ਉਸ ਦੇ ਵਿਚਕਾਰ ਕਿਵੇਂ ਪਤਾ ਲੱਗੇਗਾ ਤੁਹਾਡੀ ਜਥੇਬੰਦੀ ਨੂੰ ਬੁਲਾਇਆ ਹੈਗਾ, ਉਸ ਜਥੇਬੰਦੀ ਨੂੰ ਬੁਲਾਇਆ ਹੈ ਕਿ ਕਿਸ ਜਥੇਬੰਦੀ ਨੂੰ ਬੁਲਾਇਆ? ਇਹ ਸਰਕਾਰ ਨੂੰ ਸਭ ਪਤਾ ਹੈ, ਸਰਕਾਰ ਨੂੰ ਕੋਈ ਭੁਲੇਖਾ ਨਹੀਂ ਹੈ ਕਿਹਨੂੰ ਸੱਦ ਰਹੇ ਨੇ। ਜਿਹਨੂੰ ਸੱਦਦੇ ਉਹਨੂੰ ਸਪੈਸ਼ਲ ਮਤਲਬ ਚਿੱਠੀ ਭੇਜਦੇ ਆ। ਜਦੋਂ ਸਾਨੂੰ ਸੱਦਣਗੇ ਅਸੀਂ ਪਹਿਲੀ ਤਾਂ ਗੱਲ ਆ ਵੀ ਮੰਗ ਕੇ ਮੀਟਿੰਗ ਲੈ ਕੇ, ਮੇਰਾ ਵਿਸ਼ਵਾਸ ਹੈ ਕਿ ਸਰਕਾਰਾਂ ਤੋਂ ਮੰਗ ਕੇ ਮੀਟਿੰਗਾਂ ਲੈ ਕੇ ਕਦੇ ਮਸਲਿਆਂ ਦੇ ਹੱਲ ਨਹੀਂ ਹੁੰਦੇ। ਸਰਕਾਰ ਦੀ ਮਜਬੂਰੀ ਬਣੇ ਸਾਡੇ ਨਾਲ ਬੈਠਣਾ, ਫਿਰ ਜਾ ਕੇ ਮਸਲੇ ਦਾ ਹੱਲ ਹੁੰਦਾ ਹੈ। ਮਜਬੂਰੀ ਤਾਂ ਪਿਛਲੇ ਸਾਲ ਵੀ ਬਣੀ ਸੀਗੀ, ਲੇਕਿਨ ਉਸ ਵੇਲੇ ਵੀ ਐਮਐਸਪੀ ਨੂੰ ਲੈ ਕੇ ਪੂਰਾ ਇੱਕ ਕਹੀਏ ਰਣਨੀਤੀ ਜੇ ਤੁਹਾਡੀ ਸੀਗੀ, ਉਸ ਤੇ ਤੁਸੀਂ ਕੰਮ ਕੀਤਾ, ਜਿੱਤ ਹਾਸਲ ਕੀਤੀ, ਤੁਸੀਂ ਵਾਪਸ ਆ ਗਏ, ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ। ਲੇਕਿਨ ਹੁਣ ਜੇ ਹੋਇਆ ਹੈ ਇਸ ਨੂੰ ਕਿਵੇਂ ਰੋਕੋਗੇ? ਇਸ ਦੇ ਲਈ ਕੀ ਤਿਆਰੀ ਕੀਤੀ ਹੈ, ਕੀ ਰਣਨੀਤੀ ਹੈ? ਇਹਦੇ ਲਈ ਗੈਰ ਰਾਜਨੀਤਿਕ ਰਹਿਣ ਵਾਲੀਆਂ ਜਥੇਬੰਦੀਆਂ ਨੇ 22 ਤਰੀਕ ਦਾ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਦਿੱਤਾ ਹੋਇਆ ਹੈ। ਉਸ ਪ੍ਰੋਗਰਾਮ ਦੇ ਉੱਤੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗੂਗਾ ਕਿ ਕਿੰਨਾ ਲੋਕ ਆਉਂਦੇ ਨੇ, ਕਿੰਨਾ ਲੋਕਾਂ ਦਾ ਇਕੱਠ ਹੈ, ਕੀ ਲੋਕ ਇਹਨੂੰ ਰਿਸਪੌਂਸ ਦਿੰਦੇ ਨੇ। ਇੱਕ ਗੱਲ। ਦੂਜੀ ਗੱਲ, ਜਿਹੜੇ ਰਹਿ ਗਏ ਪੰਜਾਬ ਦੇ ਮਸਲੇ, ਕਿਸਾਨਾਂ ਦੀ ਗੰਨੇ ਦੀ ਕਾਸ਼ਤ ਕੀਤੀ ਹੈ ਲੋਕਾਂ ਨੇ ਔਰ ਗੰਨੇ ਵਾਲਿਆਂ ਨੂੰ ਸਾਨੂੰ ਮੀਟਿੰਗ ਦੇ ਵਿੱਚ 18 ਮਈ ਦੀ ਮੀਟਿੰਗ ਦੇ ਵਿੱਚ ਸਾਡੇ ਨਾਲ ਮੁੱਖ ਮੰਤਰੀ ਇਹ ਫੈਸਲਾ ਕਰਦਾ ਹੈ ਕਿ ਅਸੀਂ 15 ਜਾਂ 16 ਜੁਲਾਈ ਤੱਕ ਸਮੁੱਚੀ ਕਿਸਾਨਾਂ ਦੀ ਗੰਨੇ ਦੀ ਪੇਮੈਂਟ ਕਿਸਾਨਾਂ ਦੇ ਖਾਤੇ ਪਾ ਦਿਆਂਗੇ। ਨਹੀਂ ਪਾਈ ਹਜੇ ਤੱਕ, ਰੋਲਤੀ ਗੱਲ ਵਿੱਚੇ ਲਮਕਾਤੀ। ਹੁਣ ਆ ਪਿਛਲੇ ਦਿਨ ਮੀਟਿੰਗ ਹੋਈ ਹੈ, ਇਹਨਾਂ ਜਥੇਬੰਦੀਆਂ ਨੂੰ ਕਹਿਤਾ ਵੀ 3 ਕਿਸ਼ਤਾਂ 'ਚ। ਇਹਦਾ ਮਤਲਬ ਅਸੀਂ ਲੜਾਈ ਲੜਨ ਵਾਲੇ ਲੋਕ ਹਾਂ, ਮੰਗ ਸਾਡੀ ਹੈ ਤੇ ਇਹਨੂੰ ਤੂੰ 3 ਕਿਸ਼ਤਾਂ ਦੀ ਗੱਲ ਕਿਵੇਂ ਕਰਦੇ ਹੋ? ਸੋ ਉਸ ਇਸ਼ੂ ਦੇ ਉੱਤੇ ਅਸੀਂ ਦੁਬਾਰਾ ਪ੍ਰੋਗਰਾਮ ਪੰਜਾਬ 'ਚ ਦਿੱਤਾ ਹੋਇਆ ਹੈ। ਸਾਹਿਬ ਕਰਜ਼ਾ ਮਾਫੀ ਵੀ ਹੈਗੀ ਹੈ, ਹਜੇ ਲੋਕ ਕਿਸਾਨ ਹੱਲੇ ਵੀ ਆਤਮ ਹੱਤਿਆ ਕਰ ਰਹੇ ਨੇ। ਜਿਹੜੀ ਸੈਂਟਰ ਦੀ ਕਰਜ਼ਾ ਮਾਫੀ ਦੀ ਲੜਾਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਪ੍ਰੋਗਰਾਮ ਜਿਹੜਾ ਦਿੱਤਾ ਹੈ ਉਹ ਮੰਗ ਸਾਡੀ ਕਰਜ਼ਾ ਮੁਕਤੀ ਦੀ ਵਿੱਚ ਪਾਈ ਹੈ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਵੀ ਵਿੱਚ ਪਾਈ ਹੈ। ਉਹ ਵੀ ਸਾਡੀ ਵਿੱਚ ਮਤਲਬ ਮੰਗਾਂ ਲੈ ਕੇ ਅਸੀਂ ਚੱਲ ਰਹੇ ਹਾਂ ਨਾਲ। ਲੇਕਿਨ ਮੈਂ ਜਿਹੜੀ ਪੰਜਾਬ ਗਵਰਨਮੈਂਟ ਦੀ ਗੱਲ ਕਰਦਾ ਸੀ, ਪੰਜਾਬ ਗਵਰਨਮੈਂਟ ਨੂੰ ਅਸੀਂ ਵਾਰਨਿੰਗ ਦਿੱਤੀ ਵੀ ਹੈ ਕਿ 3 ਜੁਲਾਈ ਤੱਕ ਅਗਰ ਇਹ ਨਹੀਂ ਸਰਕਾਰ ਮਤਲਬ ਕਿਸਾਨਾਂ ਦੇ ਗੰਨੇ ਦੀ ਪੇਮੈਂਟ, ਜਿਹੜਾ ਨਰਮਾ ਮਰਿਆ ਨਰਮੇ ਦੀ ਪੇਮੈਂਟ, ਜਿਹੜਾ ਲੋਕਾਂ ਦੇ ਪਿੱਛੇ ਝੋਨਾ ਜਾਂ ਬਾਸਮਤੀ ਗੜਿਆਂ ਨਾਲ ਮਰੀ ਹੈ ਜਾਂ ਬਾਰਿਸ਼ਾਂ ਕਰਕੇ ਮਰੀ ਹੈ, ਉਹਨਾਂ ਦੀਆਂ ਹੋਈਆਂ ਪਈਆਂ ਨੇ ਗਰਦੌਰੀਆਂ, ਉਹਨਾਂ ਦੀ ਪੇਮੈਂਟ ਜਿੰਨਾ ਚਿਰ ਨਹੀਂ ਪਾਉਂਦੀ ਤਾਂ ਫਿਰ 3 ਅਗਸਤ ਨੂੰ ਅਸੀਂ ਇੱਕ ਵੱਡੇ ਤੌਰ ਦੇ ਉੱਤੇ ਇਕੱਠ ਬਣਾ ਕੇ ਵੱਖ-ਵੱਖ ਮਾਝਾ, ਮਾਲਵਾ ਤੇ ਦੁਆਬਾ ਤਿੰਨਾਂ ਥਾਵਾਂ ਦੇ ਉੱਤੇ ਰੋਡ ਦੇ ਉੱਤੇ ਆਵਾਂਗੇ ਔਰ ਅਣਮਿੱਥੇ ਸਮੇਂ ਲਈ ਆਵਾਂਗੇ। ਉਹਨਾਂ ਚਿਰ ਨਹੀਂ ਉਠਾਂਗੇ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ। ਇਸ ਦੀ ਗੱਲ ਕਰ ਰਹੇ ਹੋ, ਲੇਕਿਨ ਸਵਾਲ ਇੱਕ ਮੇਰਾ ਆਖਰੀ ਹੈ ਕਿ ਉਹੀ ਹਜੂਮ, ਉਹੀ ਆਪਾਂ ਕਹੀਏ ਇੱਕ ਜਨ ਸਲਾਬ ਦੇਖਣ ਨੂੰ ਮਿਲੇਗਾ ਉਸ ਦੇ ਵਿਚਕਾਰ, ਕਿਉਂਕਿ ਹੁਣ ਏਕਾ ਨਹੀਂ ਹੈ ਨਾ, ਹੁਣ ਸਭ ਦੀ ਸੋਚ ਵੀ ਬਦਲ ਗਈ ਹੈ। ਹੁਣ ਹਰ ਕੋਈ ਆਪਣੇ ਆਪਣੇ ਮਕਸਦ ਲਈ ਕੰਮ ਕਰ ਰਿਹਾ, ਕਿ ਉਹ ਏਕਾ ਦੇਖਣ ਨੂੰ ਮਿਲੇਗਾ? ਤੁਸੀਂ ਦੇਖੋਗੇ ਜਿਹੜੇ ਲੋਕ ਆਪਦੇ ਹੱਕਾਂ ਦੀ ਲੜਾਈ ਲੜਨੀ ਚਾਹੁੰਦੇ ਨੇ ਉਹ ਲੜਨਗੇ, ਜਿਹੜੇ ਮੋਰਚੇ ਨੂੰ ਗੈਰ ਰਾਜਨੀਤਿਕ ਰੱਖਣਾ ਚਾਹੁੰਦੇ ਆ ਉਹ ਉੱਥੇ ਦਿਸਣਗੇ। ਉਹ ਟੋਟਲ ਜਨਤਾ ਉੱਥੇ ਆਏਗੀ ਔਰ ਮੋਰਚੇ ਨੂੰ ਅਸੀਂ ਇੱਕ ਗੈਰ ਰਾਜਨੀਤਿਕ ਰੱਖਦੇ ਹੋਏ ਅੱਗੇ ਤੋਰਾਂਗੇ। ਇੱਕ ਵਾਰ ਫਿਰ ਜੇ ਹੈ ਮੋਰਚਾ ਲੱਗਣ ਵਾਲਾ ਹੈ, ਇਹ ਮੋਰਚਾ ਜੇ ਹੈ ਗੈਰ ਰਾਜਨੀਤਿਕ ਹੋਣ ਵਾਲਾ ਹੈ।
ਕਿ ਰਾਜਨੀਤਿਕ ਇਹ ਤਾਂ ਸਮੇਂ ਦੱਸੇਗਾ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ। खुदा दे घर देर है अंधेर नहीं, हर समस्या का समाधान। समस्या जिवें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली, पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।